अच्छा जी, ਇਹ ਜ਼ਰਾ ਵੇਖੋ, ਇਹ ਸਾਡਾ ਪਾਰਟ ਜਦੀਦ ਨਸਰ ਵਾਲਾ, ਇਹਦੇ ਚੋਂ ਟੋਟਲ 40 ਨੰਬਰ ਦਾ ਕੁਐਸਚਨ ਉਹ ਪੁੱਛਦਾ ਹੈ ਐਗਜ਼ਾਮੀਨਰ। ਤੇ ਤਰੀਕਾਕਾਰ ਇਹਦੇ 'ਚ ਇਹ ਹੁੰਦਾ ਹੈ ਕਿ ਪੇਪਰ ਦੇ ਉਹਨੇ ਦੋ ਪਾਰਟ ਬਣਾਏ ਹੁੰਦੇ ਨੇ। ਪਾਰਟ 1 ਵਿੱਚ ਉਹਨੇ ਸ਼ਾਇਰੀ ਯਾਨੀ ਕਲਾਸੀਕਲ ਪੋਇਟਸ ਤੇ ਜਦੀਦ ਪੋਇਟਸ ਜਿਹੜੇ ਨੇ 60 ਨੰਬਰ ਦਾ ਪੋਰਸ਼ਨ ਹੁੰਦਾ ਹੈ। ਦੂਸਰਾ ਹਿੱਸਾ ਨਸਰ ਦਾ ਹੁੰਦਾ ਹੈ, ਇਹਦੇ ਵਿੱਚ ਉਹ ਟੋਟਲ 4 ਕੁਐਸਚਨ ਦਿੰਦਾ ਹੈ, ਜਿਨ੍ਹਾਂ ਵਿੱਚੋਂ ਕੁਐਸਚਨ ਨੰਬਰ 1 ਯਾਨੀ ਪਾਰਟ 2 ਦਾ ਕੁਐਸਚਨ ਨੰਬਰ 1 ਉਹ ਨੌਸ਼ਾਗੰਜ ਬਖਸ਼ ਦੇ ਵਾਜ਼ ਜਾਂ ਪੱਕੀ ਰੋਟੀ ਹੁੰਦਾ ਹੈ। ਉਹ ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿ ਮੋਸਟਲੀ ਜਿਹੜਾ ਹੈ ਨਾ 95% ਨੌਸ਼ਾਗੰਜ ਬਖਸ਼ ਦੇ ਵਾਜ਼ ਉੱਤੇ ਹੀ ਕੁਐਸਚਨ ਪੁੱਛਦਾ ਹੈ। ਤੇ ਪੱਕੀ ਰੋਟੀ ਸਿਰਫ 2016 ਵਿੱਚ ਇੱਕ ਵਾਰੀ ਆਇਆ ਸੀ, ਲੇਕਿਨ ਖੈਰ ਇੱਕ ਵਾਰੀ ਉਹਨੂੰ ਥੋੜਾ ਜਿਹਾ ਗੋ ਥਰੂ ਜ਼ਰੂਰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਉਹ ਕੰਪਲਸਰੀ ਕਰ ਦਿੰਦਾ। ਅਗਰ ਪੱਕੀ ਰੋਟੀ ਆਏਗੀ, ਥੋੜਾ ਬਹੁਤ ਤੁਸੀਂ ਪੜ੍ਹਿਆ ਹੋਏਗਾ ਤਾਂ ਉਹਦੇ ਬਾਰੇ ਆਸਾਨੀ ਨਾਲ ਲਿਖ ਲਓਗੇ, ਉਹਦੀ ਕੋਈ ਰੱਟਾ ਲਾਉਣ ਵਾਲੀਆਂ ਚੀਜ਼ਾਂ ਨਹੀਂ ਹੈ। ਤੇ ਉਹਦਾ ਹੁੰਦਾ ਹੈ ਵੇ ਕਿ ਪਾਰਟ 2 ਦਾ ਕੁਐਸਚਨ ਨੰਬਰ 1 10 ਨੰਬਰ ਦਾ ਹੁੰਦਾ ਹੈ, ਲੇਕਿਨ ਕੰਪਲਸਰੀ ਹੁੰਦਾ ਹੈ, ਉਹ ਤੁਸੀਂ ਲਾਜ਼ਮੀ ਕਰਨਾ ਹੁੰਦਾ ਹੈ। ਬਾਕੀ ਜਿਹੜਾ 3 ਕੁਐਸਚਨ ਦਿੰਦਾ ਹੈ ਉਹ ਜਦੀਦ ਨਸਰ ਵਿੱਚੋਂ ਦਿੰਦਾ ਹੈ। 15-15 ਨੰਬਰ ਤੇ 2 ਕੁਐਸਚਨ ਤੁਸੀਂ ਅਟੈਂਪਟ ਕਰਨੇ ਹੁੰਦੇ ਨੇ, ਜਿਨ੍ਹਾਂ ਵਿੱਚੋਂ ਟੋਟਲ ਸਾਡੇ ਟੌਪਿਕਸ 4 ਨੇ। 4 ਵਿੱਚੋਂ 3 ਕੁਐਸਚਨ ਤੁਹਾਨੂੰ ਪੇਪਰ ਵਿੱਚ ਦੇਗਾ, 3 ਵਿੱਚੋਂ ਤੁਸੀਂ ਕੋਈ 2 ਕੁਐਸਚਨ ਕਰਨੇ ਨੇ। ਇਹ ਉਹਦਾ ਫਾਰਮੈਟ ਜਾਂ ਤਰੀਕਾਕਾਰ ਹੈ। ਇਹਨਾਂ ਦਾ ਇਹ ਜ਼ੇਨ 'ਚ ਰੱਖੋ ਜੀ, ਇਹ ਨਸਰ ਦੀਆਂ ਕਿਤਾਬਾਂ ਨੇ ਔਰ ਇਹ ਸਾਰਾ ਜ਼ਾਹਿਰ ਹੈ ਨਾ ਤੁਸੀਂ ਡਰਾਮੇ ਪੜ੍ਹੇ ਨੇ, ਨਾ ਤੁਸੀਂ ਅਫਸਾਨੇ ਪੜ੍ਹੇ, ਨਾ ਨਾਵਲ ਪੜ੍ਹੇ ਹੈ। ਤੇ ਅਸੀਂ ਇਹਦੇ ਹੀ ਜੋ ਮਟੀਰੀਅਲ ਸਾਡੇ ਕੋਲ ਹੈ, ਬੈਡ ਲੱਕ ਹੈ ਕਿ ਮੇਰੀ ਆਪਣੀ ਕਿਤਾਬ ਵੀ ਨਹੀਂ ਹੈ, ਨੋਟਸ ਹੀ ਨੇ ਜਿਹੜੇ ਤੁਹਾਨੂੰ ਸ਼ੇਅਰ ਕਰਾਏ ਨੇ, ਉਹਦੇ ਵਿੱਚੋਂ ਹੀ ਅਸੀਂ ਇਹ ਡਿਸਕਸ ਕਰਾਂਗੇ। ਮੈਂ ਤੁਹਾਨੂੰ ਇਹਦੇ ਚੋਂ ਸਿਲੈਕਟਿਵ ਕਰਾ ਦਾਂਗਾ, ਤੁਸੀਂ ਇਸ ਲਈ ਨੋਟਸ ਦੇ ਅਗਰ ਪ੍ਰਿੰਟ ਕੱਢੇ ਹੋਏ ਨੇ ਜਾਂ ਵੈਸੇ ਲੈਕਚਰ ਵੀਡੀਓ ਸੁਣੋਗੇ ਤੇ ਤੁਹਾਨੂੰ ਇਹਦੀ ਸਮਝ ਆ ਜਾਏਗੀ ਕਿ ਤੁਸੀਂ ਕਿਸ ਤਰ੍ਹਾਂ ਕਰਨਾ ਹੈ। ਬਹੁਤ ਜ਼ਿਆਦਾ ਡਿਟੇਲ ਵਿੱਚ ਜਾਣ ਦੀ ਲੋੜ ਨਹੀਂ। ਮੋਸਟਲੀ ਇੱਕ ਕਾਮਨ ਕੁਐਸਚਨ ਹੈ ਜਿਹੜਾ ਹਰ ਸਟੂਡੈਂਟ ਪੁੱਛਦਾ ਹੈ ਕਿ ਜੀ ਜਿਹੜੇ ਸਜਾਦ ਹੈਦਰ ਦੇ ਡਰਾਮੇ ਨੇ 7-8 ਜਾਂ 5-6 ਜਿੰਨੇ ਵੀ ਡਰਾਮੇ ਨੇ, ਇਹਨਾਂ ਦੇ ਖੁਲਾਸੇ ਲਿਖਣੇ ਨੇ। ਇਸੇ ਤਰ੍ਹਾਂ ਇਸ਼ਫਾਕ ਅਹਿਮਦ ਦੇ 6 ਡਰਾਮੇ ਨੇ ਜਾਂ ਨਾਵਲ ਨੇ ਜਾਂ ਫਿਰ ਨੂਰੀ ਕਹਾਣੀਆਂ ਨੇ, ਇਹਨਾਂ ਦੇ ਖੁਲਾਸੇ ਲਿਖਣੇ ਨੇ ਜਾਂ ਨਹੀਂ। ਸੋ ਇਹਨਾਂ ਦੇ ਖੁਲਾਸੇ ਨਹੀਂ ਲਿਖਣੇ, ਸਿਰਫ ਇਹਨਾਂ ਉੱਤੇ ਓਵਰਆਲ ਇਹਨਾਂ ਦਾ ਜਿਹੜਾ ਇੱਕ ਫਨ ਨੇ, ਫਿਕਰ ਹੈ, ਉਹਦੇ ਉੱਤੇ ਕੁਐਸਚਨ ਤੁਸੀਂ ਲਿਖੋਗੇ। ਤੇ ਇਸ ਪਾਰਟ ਵਿੱਚੋਂ ਮੈਂ ਆਪਣੇ ਉਹ ਇੰਟਰੋਡਕਟਰੀ ਜਿਹੜੇ ਲੈਕਚਰ ਸੀ ਪੇਪਰ ਅਟੈਂਪਟੇਸ਼ਨ ਟੈਕਨੀਕ, ਉਹਦੇ ਵਿੱਚ ਵੀ ਦੱਸਿਆ ਸੀ ਕਿ ਇਸ ਪਾਰਟ 'ਚੋਂ 4 ਨੇ ਟੋਟਲ, 4 ਵਿੱਚੋਂ ਤੁਸੀਂ ਕੋਈ 3 ਪ੍ਰੀਪੇਅਰ ਕਰ ਸਕਦੇ ਹੋ, ਇੱਕ ਵਿੱਚੋਂ ਛੱਡਣ ਦਾ ਆਪਸ਼ਨ ਮੌਜੂਦ ਹੈ, ਕਿਉਂਕਿ 4 ਵਿੱਚੋਂ ਉਹਨੇ 3 ਪੇਪਰ 'ਚ ਦੇਣੇ ਨੇ ਔਰ 3 ਵਿੱਚੋਂ ਤੁਸੀਂ ਕੋਈ 2 ਅਟੈਂਪਟ ਕਰਨੇ ਨੇ। ਪਹਿਲਾ ਟੌਪਿਕ ਸਜਾਦ ਹੈਦਰ ਅਸੀਂ ਵੇਖਦੇ ਹਾਂ। ਇਹਦਾ ਤਰੀਕਾਕਾਰ ਉਸੇ ਤਰ੍ਹਾਂ ਹੀ ਹੋਏਗਾ। ਸਜਾਦ ਹੈਦਰ ਦਾ ਅਗਵਾਈ ਵਿੱਚ ਇੱਕ ਟੌਪਿਕ ਮੌਜੂਦ ਹੈ, ਤੁਸੀਂ ਬੇਸ਼ੱਕ ਉਹਦੇ 'ਚ ਉਹਦਾ ਇੰਟਰੋਡਕਸ਼ਨ ਲੈ ਸਕਦੇ ਹੋ। ਇਹਦਾ ਇਹ ਤਾਰੀਖ ਪੈਦਾਇਸ਼ ਔਰ ਇਹ ਜਿਹੜਾ ਸਾਰਾ ਇਹਨੇ ਤਾਲੀਮ ਕਿੱਥੋਂ ਹਾਸਲ ਕੀਤੀ, ਇਹ ਚੀਜ਼ਾਂ ਨਹੀਂ ਲਿਖਣੀਆਂ। ਸਿਰਫ ਇਹਦੇ ਵਿੱਚ ਤੁਸੀਂ ਇਹ ਲਿਖਣਾ ਹੈ ਕਿ ਸਜਾਦ ਹੈਦਰ ਰੇਡੀਓ ਡਰਾਮਾ ਨਿਗਾਰੀ ਦੇ ਹਵਾਲੇ ਨਾਲ ਅਹਿਮ ਨਾ ਹੈ। ਉਹਦੀ ਵਜ੍ਹਾ ਇਹ ਵੇ ਕਿ ਇਹਨਾਂ ਤਾਲੀਮ ਹਾਸਲ ਕਰਨ ਤੋਂ ਬਾਅਦ ਰੇਡੀਓ ਪਾਕਿਸਤਾਨ ਆਲ ਇੰਡੀਆ ਰੇਡੀਓ ਨਾਲ ਵابستگی ਇਖਤਿਆਰ ਕਰ ਲਈ ਸੀ। ਪਹਿਲੇ ਆਲ ਇੰਡੀਆ ਰੇਡੀਓ ਦੇ ਦਿਹਾਤੀ ਪ੍ਰੋਗਰਾਮਾਂ ਤੇ ਨਿਗਰਾਨ ਮੁਕਰਰ ਹੋਏ ਔਰ ਫਿਰ ਪਾਕਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਰੇਡੀਓ ਨਾਲ ਮੁੰਸਲਿਕ ਹੋ ਗਏ। ਮੁਖਤਲਿਫ ਅਹੁਦਿਆਂ ਤੇ ਤਰੱਕੀ ਕਰਦੇ ਕਰਦੇ ਆਖਿਰਕਾਰ ਰੀਜਨਲ ਡਾਇਰੈਕਟਰ ਦੀ ਹੈਸੀਅਤ ਨਾਲ ਰਿਟਾਇਰ ਹੋਏ ਸੀ। ਠੀਕ ਹੈ ਜੀ। ਔਰ ਇਹਦੇ ਵਿੱਚੋਂ ਤੁਸੀਂ ਇਹ ਨਾਲ ਇੰਟਰੋਡਕਸ਼ਨ 'ਚ ਹੀ ਲਿਖ ਸਕਦੇ ਹੋ ਕਿ ਸਜਾਦ ਹੈਦਰ ਦਾ ਚੂੰਕਿ ਰੋਜ਼ੀ ਜਾਂ ਪੇਸ਼ਾ ਰੇਡੀਓ ਨਾਲ ਸੀ, ਇਸ ਵਾਸਤੇ ਉਹਨਾਂ ਦਾ ਤਖਲੀਕੀ ਕੰਮ ਵੀ ਜ਼ਿਆਦਾਤਰ ਰੇਡੀਓ ਡਰਾਮਾ ਨਿਗਾਰੀ ਦੇ ਹਵਾਲੇ ਨਾਲ ਹੈ। ਇੱਕ ਇਹਨਾਂ ਦਾ ਨਾਵਲ ਹੈ ਚੇਤਰ ਬਾਗ, ਇਹ ਆਬਜੈਕਟਿਵ ਵਾਸਤੇ ਯਾਦ ਰੱਖਣਾ, ਕਿਤੇ ਨੋਟ ਕਰ ਦਿਓ ਬੇਸ਼ੱਕ। ਸਜਾਦ ਹੈਦਰ ਸਾਹਿਬ ਦੇ 4 ਰੇਡੀਓ ਡਰਾਮਿਆਂ ਦੇ ਮਜਮੂਏ ਛਪ ਚੁੱਕੇ ਨੇ। ਹਵਾ ਦੇ ਹੋ ਕੇ ਪਹਿਲਾ, ਇਹ ਵੇਖ ਲਓ ਪ੍ਰੂਫ ਦੀਆਂ ਕਿੰਨੀਆਂ ਗਲਤੀਆਂ ਨੇ। ਇਹ ਸੂਰਜਮੁਖੀ ਹੈ ਦੂਸਰਾ, ਸੂਰਜਮੁਖੀ। ਤੀਸਰਾ ਇਹਨਾਂ ਦਾ ਬੋਲ ਮਿੱਟੀ ਦਾ ਬਾਬਿਆ, ਇਹਨਾਂ ਤੋਲ ਮਿੱਟੀ ਦਾ ਬਾਬਿਆ ਲਿਖਿਆ ਦਾ। ਇਹ ਸਾਰਾ ਤੁਹਾਡੇ ਸਾਹਮਣੇ ਹੀ ਹੈ ਜਿਸ ਤਰ੍ਹਾਂ ਦੀ ਕਿਤਾਬਾਂ ਦੀ ਸਿਚੁਏਸ਼ਨ ਹੈ। ਬੋਲ ਮਿੱਟੀ ਦੇ ਬਾਬਿਆ CSS ਦੇ ਸਿਲੇਬਸ ਵਿੱਚ ਵੀ ਸ਼ਾਮਿਲ ਹੈ। ਔਰ ਚੌਥਾ ਮਜਮੂਆ ਕਾਲਾ ਪਤਨ ਹੈ, ਇਹ ਤੁਹਾਡੇ ਸਿਲੇਬਸ ਵਿੱਚ ਸ਼ਾਮਿਲ ਹੈ। ਕੁਐਸਚਨ ਇਸੇ ਤਰ੍ਹਾਂ ਹੀ ਪੁੱਛਦਾ ਹੈ, ਸਜਾਦ ਹੈਦਰ ਦੀ ਡਰਾਮਾ ਨਿਗਾਰੀ ਉੱਤੇ ਨੋਟ ਲਿਖੋ। ਤੇ ਇਹ ਜਿਹੜਾ ਹੈ ਇੱਥੇ ਤੁਸੀਂ ਮੇਨ ਹੈਡਿੰਗ ਸੈੱਟ ਕਰੋਗੇ, ਸਜਾਦ ਹੈਦਰ ਦੀ ਡਰਾਮਾ ਨਿਗਾਰੀ ਜਾਂ ਸਜਾਦ ਹੈਦਰ ਦੇ ਡਰਾਮਿਆਂ ਦਾ ਫਿਕਰੀ ਤੇ ਫਨੀ ਜਾਇਜ਼ਾ। ਇਹ ਇੱਕ ਪੈਰਾਗ੍ਰਾਫ ਓਵਰਆਲ ਉਹਨਾਂ ਦੀ ਡਰਾਮਾ ਨਿਗਾਰੀ ਬਾਰੇ ਵੀ। ਮਿਸਾਲ ਦੇ ਤੌਰ ਤੇ ਸਜਾਦ ਹੈਦਰ ਪੰਜਾਬੀ ਦੇ ਮਸ਼ਹੂਰ ਡਰਾਮਾ ਨਿਗਾਰ ਨੇ। ਉਹਨਾਂ ਦੇ ਡਰਾਮੇ ਵਿੱਚ ਪੰਜਾਬ ਦੀ ਰਹਿਤਲ ਬਹਿਤਲ ਪੂਰੀ ਅਕਸਾਸੀ ਮਿਲਦੀ ਹੈ।
वो अपने ड्रामे का मौजू अपने आल दुआले तो हासिल करते हैं। यह जरनल गल्लां ही ने, ये अपने कोलों भी लिखियां जा सकदियां ने। उन्होंने अपने ड्रामिਆਂ ਵਿੱਚ खास तौर ਤੇ पंजाब की शहरी ਤੇ पेंडू रहतल दोनों ਨੂੰ मौजू बनाया है। ज़्यादातर गरीब तबके बारे लिखिया है। उन्होंने ड्रामिਆਂ ਨੂੰ पढ़ के इंज मालूम होता है कि उन्होंने ड्रामे के किरदारां ਨੂੰ बहुत कोल हो के वेखिया है। यानी कहने का मकसद है कि जो ड्रामिਆਂ ਵਿੱਚ उन्होंने कहानियां बयान कीतियां ने वो फर्जी कहानियां नहीं है बल्कि अपने आल दुआले तो लईयां ने। और दूसरी हम गल सजाद हैदर साहब के ड्रामिਆਂ ਨੂੰ पढ़न तो बाद कोई ना कोई सबक जरूर मिलता है। ਤੇ ਇਹ ਉਸ ਵੇਲੇ ਰੇਡੀਓ ਐਂਟਰਟੇਨਮੈਂਟ ਦਾ ਵਾਹਿਦ ਜ਼ਰੀਆ ਸੀ ਤੇ ਰੇਡੀਓ ਉੱਤੇ ਜਿਹੜਾ ਡਰਾਮਾ ਜਾਂ ਕੋਈ ਵੀ ਪ੍ਰੋਗਰਾਮ ਨਸ਼ਰ ਕੀਤਾ ਜਾਂਦਾ ਸੀ ਉਹਦਾ ਐਂਟਰਟੇਨਮੈਂਟ ਦੇ ਨਾਲ ਕੋਈ ਨਾ ਕੋਈ ਇਖਲਾਕੀ ਤਰਬੀਅਤ ਵੀ ਮਕਸਦ ਹੁੰਦਾ ਸੀ। ਲਿਹਾਜ਼ਾ ਇਹਨਾਂ ਦੇ ਹਰ ਡਰਾਮੇ ਵਿੱਚ ਸਬਕ ਮੌਜੂਦ ਹੈ ਜਿਹਨੂੰ ਉਹ ਆਪਣੇ ਪੜ੍ਹਨ ਵਾਲਿਆਂ ਨੂੰ ਹਯਾਤੀ ਦੀ ਕਦਰਾਂ ਦੀ ਪਾਲਣਾ ਕਰਨ ਲਈ ਜ਼ਰੂਰ ਪ੍ਰੇਰਦੇ ਨੇ। ਯਾਨੀ ਜਿਹੜੀਆਂ ਵੈਲਿਊਜ਼ ਨੇ ਜ਼ਿੰਦਗੀ ਦੀਆਂ ਉਹ ਆਪਣੇ ਪੜ੍ਹਨ ਵਾਲੇ ਨੂੰ ਉਹਨਾਂ ਵੈਲਿਊਜ਼ ਉਹਨਾਂ ਕਦਰਾਂ ਉੱਤੇ ਅਮਲ ਕਰਨ ਵੱਲ ਮਾਇਲ ਕਰਦੇ ਨੇ। ਉਹਨਾਂ ਦੇ ਕਿਰਦਾਰ ਸਾਡੇ ਮੁਆਸ਼ਰੇ ਦੇ ਜਿਉਂਦੇ ਜਾਗਦੇ ਕਿਰਦਾਰ ਨੇ। ਸਜਾਦ हैदर बहुत सोहनी पंजाबी ਜ਼ੁਬਾਨ इस्तेमाल करते हैं। खास करके ड्रामा लिखण वेले ਉਹ ਕਿਰਦਾਰਾਂ ਦੇ ਮੁਤਾबिक ਲਫ਼ਜ਼ਾਂ ਦਾ इस्तेमाल करते हैं। यानी अगर पिंड ਦਾ ਕਰੈਕਟਰ ਨੇ तो उन्होंने जबान लहजा भी उस तरह का होएगा और अगर पढ़े लिखे शहरी करैक्टर ने तो उन्होंने जबान उस तरह की होएगी। यो ही वजह है कि उन्होंने ड्रामा निगारी स्पैशली पंजाबी ड्रामा निगारी अपना एक मुनफरद मुकाम मरतबा पैदा किया। वैसे जो साडा फॉर्मेट है ना जी उन्होंने अगर फॉलो करो तो ज़्यादा बेहतर है। नंबर 1 ते तारफ लिखना, नंबर 2 ते काला पतन का जायजा लिखना और फिर नंबर 3 उत्ते ਇਹ ਵਾਲਾ ਇਹ ਤੁਸੀਂ ਬੇਸ਼ੱਕ ਕਿਤੇ ਨੋਟ ਕਰ ਦਿਓ। ਸਜਾਦ हैदर ਦੀ ਡਰਾਮਾ ਨਿਗਾਰੀ यानी जो उन्हें क्वेश्चन पूछा होएगा या सजाद हैदर के ड्रामिਆਂ ਦਾ ਫਿਕਰੀ फनी जायजा या काला पतन का तजजिया जो भी होएगा तीसरे नंबर पे हैडिंग आएगी। दूसरी वेख लो वो हैडिंग की है। चौथा मजमूआ है सब तो आखिर में छपया सी 1986 में पहली बारी 7 ड्रामे ने ਇਹਦੇ ਵਿੱਚ टोटल। किताब का दिबाचा निगार अहम ना है शरीफ पुंजाई जरूर लिखना है जी। ये ड्रामे शामिल ने खाली सिर्फ उन्होंने नाम लिखने ने, इन्हों की अगों डिटेल लिखने की जरूरत नहीं है। अगर तुम ये पढ़ सकते हो तो अच्छी गल है, पढ़ लवो क्योंकि जिसले तुम पढ़ लोगे कहानी थोड़े ज़हन में होएगी। अदरवाइज लिखना नहीं है। ड्रामिਆਂ के नाम वेख लो, काला पतन सब तो पहला ये तो ही मजमूए का नाम रखा गया है। राती करन शिकार दिलों दे ख्वाजा गुलाम फरीद की काफ़ी का मिसरा असी काफ़ियां पढ़िया सी शायद तुहानूं याद होए। विच रोही ते रहिंदियां नाज़र नाज़क जट्टियां देहां देहां करन इस तरह करके भी कुछ राती करन शिकार दिलों दे देहां विलोड़न बट्टियां। बहरहाल ख्वाजा गुलाम फरीद की काफ़ी चो टाइटल लिया गया। खुलेली कहते ने इतर वेचण वाला बंदा, एक बूंद लहू दी पतंगे सुभागा कहते ने खुशकिस्मत नूं, खाली ताक ताक कहते ने ताकचा दीवार दे विच जिहड़ा कोई सुराख या जिहड़ी कोई ताक बनिया हुंदा चीज़ां रखण वास्ते। ए जी अगे नैक्सट जिहड़ा है 5 इन्हें 8-10 सफ़े दे विच ही फजूल लिखे हुए ने, ए पढ़न दी लोड़ नहीं है। सॉरी लिखण की जरूरत नहीं है। अगर तुम पढ़ लवो तो अच्छा इंप्रैशन है, कहानी थोड़े ज़हन च आ जाएगी और उसका फिर फायदा यह होंगे जिस वेले तुम इसका क्रिटिकल एनालिसिस कर रहे होंगे हो विचों कोई ना कोई कोटेशन लिख सकते हो। यानी हुण इस वेले मैं नहीं पढ़े दे मेरे ज़हन च नहीं है कि काला पतन की कहानी है। कुछ ड्रामे मैं पढ़े दे मेरे ज़हन च ने, मसलन पतंगे ड्रामा है, यह तहरीक आज़ादी के पस मंजर में लिखा गया है जिन्होंने लोगों ने मुल्क हासिल करने वास्ते कुर्बानियां दित्तियां सी। उस पस मंजर में ड्रामा सिर्फ इन्ना 2-2 लाइनों का अगर तुम मरकजी ख्याल ये कढ़ लो तो बहुत अच्छा होएगा। सो मैं अगे चलना है, ड्रामे स्किप कर रहा हूँ। सिर्फ यदा आखिरी 1-1.5 पेज है वो वाला तुम लिखोगे। यह तो वैसे भी मैं मेरा फॉर्मेट है, मैं हुण भी इनू जिस तरह अपनी बुक च देगा यह सारे एंड में दे देगा इन्हों का खुलासे ना, ताकि स्टूडेंट्स को पढ़ के इन्हों का थीम पता लग जाए और अपने क्वेश्चन में अटैम्प्ट कर सके। जिन्हों को अगवाई किताब है उस सजाद हैदर का एक बार टॉपिक वो जरूर पढ़ लैन। बेशक वो बोल मिट्टी के अबाविया का जायजा है लेकिन तो फॉर्मेट पता लग जाएगा। यह जी तो असल टॉपिक है, यह नोट्स के पेज नंबर है 197। 3 पॉइंट्स पहले लिख के तारफ, काला पतन का जायजा, सजाद हैदर की ड्रामा निगारी। 3 पॉइंट लिखने तो बाद
ਇੱਥੋਂ ਫਿਰ ਇਹਦਾ ਸਭ ਤੋਂ ਪਹਿਲਾ ਪੁਆਇੰਟ ਆ ਜਾਏਗਾ। ਸਜਾਦ ਹੈਦਰ ਦੇ ਡਰਾਮਿਆਂ ਦੇ ਮੌਜੂ। ਤੁਸੀਂ ਲਿਖੋ ਇਹਦੇ ਬਾਰੇ ਕਿ ਡਰਾਮਿਆਂ ਦੇ ਮੌਜੂ ਓਪਰੀਆਂ ਖਿਲਾਵਾਂ, ਕਜ਼ਾਵਾਂ ਜਾਂ ਜ਼ਮੀਨਾਂ ਵਿੱਚੋਂ ਨਹੀਂ ਕੱਢਦੇ, ਸਗੋਂ ਆਪਣੇ ਆਲੇ ਦੁਆਲੇ ਤੋਂ, ਆਪਣੇ ਸਾਹਮਣੇ ਦੇ ਮਸਲਿਆਂ ਤੋਂ ਆਪਣੀ ਫਿਕਰ ਦੀ ਬੁਨਿਆਦ ਬਣਾਉਂਦੇ ਨੇ। ਉਹਨਾਂ ਪੰਜਾਬ ਦੀ ਪੇਂਡੂ ਤੇ ਸ਼ਹਿਰੀ ਦੋਵਾਂ ਦੀ ਰਹਿਤਲ ਤੇ ਲਿਖਿਆ ਹੈ ਤੇ ਇਹਦੇ ਵਸਨੀਕਾਂ ਦੇ ਦੁੱਖਾਂ ਨੂੰ ਬਹੁਤ ਨੇੜਿਓਂ ਵੇਖ ਕੇ ਡਰਾਮਿਆਂ ਦਾ ਰੂਪ ਦਿੱਤਾ ਹੈ। ਹੁਣ ਅਗਰ ਤੁਸੀਂ ਉਹ ਖੁਲਾਸੇ ਪੜ੍ਹੇ ਹੋਣ ਤੇ ਤੁਸੀਂ ਇੱਥੇ ਐਡ ਕਰ ਸਕਦੇ ਹੋ ਕਿ ਉਹਨਾਂ ਦੇ ਪਹਿਲੇ 3 ਡਰਾਮੇ ਜਾਂ ਪਹਿਲੇ 2 ਡਰਾਮੇ ਜਾਂ ਇਹ ਵਾਲਾ ਡਰਾਮਾ ਸ਼ਹਿਰੀ ਜ਼ਿੰਦਗੀ ਦੇ ਮੁਤਲਕ ਹੈ ਔਰ ਇਹ ਵਾਲੇ 2 ਡਰਾਮੇ ਦਿਹਾਤੀ ਜ਼ਿੰਦਗੀ ਦਾ ਮੰਜ਼ਰਨਾਮਾ ਪੇਸ਼ ਕਰਦੇ ਨੇ। ਸੋ ਮੇਰਾ ਖਿਆਲ ਹੈ ਕਿ ਇੱਕ ਵਾਰੀ ਤੁਸੀਂ ਇਹਨੂੰ ਜ਼ਰੂਰ ਪੜ੍ਹ ਲੈਣਾ। ਦੂਸਰਾ ਪੁਆਇੰਟ ਰੇਡੀਆਈ ਡਰਾਮੇ। ਸਜਾਦ ਹੈਦਰ ਸਾਹਿਬ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਰੇਡੀਓ ਨਾਲ ਮੁੰਸਲਿਕ ਸੀ, ਰੇਡੀਓ ਡਰਾਮੇ ਦੀ ਟੈਕਨੀਕਸ ਨੂੰ ਬਿਹਤਰ ਤਰੀਕੇ ਨਾਲ ਜਾਣਦੇ ਸੀ, ਲਿਹਾਜ਼ਾ ਉਹਨਾਂ ਨੇ ਸਾਰੇ ਰੇਡੀਓ ਡਰਾਮੇ ਹੀ ਲਿਖੇ ਨੇ। ਔਰ ਰੇਡੀਓ ਡਰਾਮਾ ਲਿਖਣਾ ਮੁਸ਼ਕਲ ਕੰਮ ਸਮਝਿਆ ਜਾਂਦਾ, ਉਹਦੀ ਵਜ੍ਹਾ ਹੈ ਵੀ ਕਿ ਸਾਹਮਣੇ ਕੋਈ ਸ਼ੈ ਨਜ਼ਰ ਨਹੀਂ ਆ ਰਹੀ ਹੁੰਦੀ, ਤੁਸੀਂ ਆਪਣੇ ਸਮਾਤ ਯਾਨੀ ਕੰਨਾਂ ਤੋਂ ਹੀ ਸੁਣ ਕੇ ਸਾਰਾ ਕੁਝ ਸਾਹਮਣੇ ਇਮੇਜਿਨ ਕਰਨਾ ਹੈ। ਕੰਨਾਂ ਤੋਂ ਹੀ ਤੁਸੀਂ ਸਮਾਤ ਤੋਂ ਤੁਸੀਂ ਬਸਾਰਤ ਦਾ ਕੰਮ ਲੈਣਾ। ਸੋ ਤੁਸੀਂ ਇਹਦਾ ਲਿਖ ਸਕਦੇ ਹੋ ਕਿ ਇਹ ਡਰਾਮੇ ਸਾਰੇ ਰੇਡੀਆਈ ਡਰਾਮੇ ਨੇ ਜਿਹਦੇ ਵਿੱਚ ਰੇਡੀਓ ਦੀ ਟੈਕਨੀਕ ਨੂੰ ਮੁੱਖ ਰੱਖ ਕੇ ਡਰਾਮੇ ਲਿਖੇ ਗਏ ਨੇ। ਡਰਾਮਿਆਂ ਦੇ ਪਲਾਟ। ਪਲਾਟ ਕਹਿੰਦੇ ਨੇ ਸਕੈਚ ਨੂੰ, ਖਾਕੇ ਨੂੰ, ਜਿਹਦੇ ਉੱਤੇ ਪੂਰੀ ਕਹਾਣੀ ਹੁੰਦੀ ਹੈ। ਤੁਸੀਂ ਇੱਥੇ ਲਿਖ ਸਕਦੇ ਹੋ ਕਿ ਉਹਨਾਂ ਦੇ ਡਰਾਮਿਆਂ ਦੇ ਪਲਾਟ ਬੜੇ ਮਜ਼ਬੂਤ ਨੇ। ਉਹ ਜਿਹੜੇ ਮੌਜੂ ਨੂੰ ਹੱਥ ਪਾਉਂਦੇ ਨੇ ਜ਼ਾਹਿਰ ਤੌਰ ਤੇ ਉਹ ਇੱਕ ਆਮ ਤੇ ਮਾਮੂਲੀ ਜਿਹਾ ਲੱਗਦਾ ਹੈ, ਪਰ ਜਦੋਂ ਉਹਦੀਆਂ ਲੁਕੀਆਂ ਹੋਈਆਂ ਹਕੀਕਤਾਂ ਨੂੰ ਕੱਢ ਕੇ ਸਾਹਮਣੇ ਲਿਆਉਂਦੇ ਨੇ ਤੇ ਬੇਹਕੀਕਤ ਵਿੱਚ ਵੀ ਹਕੀਕਤ ਵਿਖਾਲੀ ਦੇਣ ਲੱਗ ਪੈਂਦੀ ਹੈ। ਉਹ ਕਹਾਣੀ ਦੇ ਕਿਰਦਾਰ ਪੇਂਡੂ ਵਸੇਬੇ ਵਿੱਚੋਂ ਲੈਂਦੇ ਨੇ, ਬਲਕਿ ਸ਼ਹਿਰੀ ਵਿੱਚੋਂ ਵੀ ਲੈਂਦੇ ਨੇ, ਯਾਨੀ ਇੰਝ ਕਹਿ ਲਓ ਤੁਸੀਂ ਆਪਣੇ ਆਲ ਦੁਆਲੇ ਵਿੱਚੋਂ ਲੈਂਦੇ ਨੇ। ਇਹਦੀਆਂ 2 ਵਜ੍ਹਾ ਨਜ਼ਰੀ ਆਉਂਦੀਆਂ। ਪਹਿਲੀ ਵਜ੍ਹਾ ਹੈ ਕਿ ਜਦੋਂ ਉਹਨਾਂ ਡਰਾਮੇ ਲਿਖਣੇ ਸ਼ੁਰੂ ਕੀਤੇ ਉਸ ਵੇਲੇ ਤੱਕ ਪਿੰਡਾਂ ਵਿੱਚ ਸਟੇਜ ਡਰਾਮੇ ਦਾ ਰਿਵਾਜ ਨਹੀਂ ਸੀ ਤੇ ਨਾ ਹੀ ਟੀਵੀ ਸਨ, ਸਿਰਫ ਸੁਣਨ ਰੇਡੀਓ ਸਨ, ਸਿਰਫ ਸੁਣਨ ਲਈ ਰੇਡੀਓ ਸਨ। ਦੂਜੀ ਵਜ੍ਹਾ ਪੰਜਾਬ ਦੇ 80% ਲੋਕਾਂ ਦੀ ਮਾਂ ਬੋਲੀ ਪੰਜਾਬੀ ਸੀ, ਲਿਹਾਜ਼ਾ ਉਹਨਾਂ ਨੇ ਪੰਜਾਬੀ ਵਿੱਚ ਲਿਖੇ ਔਰ ਰੇਡੀਓ ਡਰਾਮੇ ਲਿਖੇ, ਕਿਉਂਕਿ ਟੀਵੀ ਲੋਕਾਂ ਘਰ ਨਹੀਂ ਸੀ ਔਰ ਨਾ ਹੀ ਕੋਈ ਸਟੇਜ ਦਾ ਕਲਚਰ ਸੀ, ਕਿਉਂਕਿ ਪੰਜਾਬ ਦਾ ਜ਼ਿਆਦਾਤਰ ਏਰੀਆ ਦਿਹਾਤੀ ਸੀ ਔਰ ਦਿਹਾਤਾਂ ਵਿੱਚ ਇਹ ਜਿਹੜਾ ਥੀਏਟਰ ਵਾਲਾ ਸਿਸਟਮ ਜਾਂ ਸਟੇਜ ਵਾਲਾ ਸਿਸਟਮ ਜਾਂ ਕਲਚਰ ਨਹੀਂ ਸੀ। ਲਿਹਾਜ਼ਾ ਜ਼ਿਆਦਾਤਰ ਲੋਕਾਂ ਕੋਲ ਅਪਰੋਚ ਰੇਡੀਓ ਦੀ ਸੀ, ਇਸ ਵਾਸਤੇ ਰੇਡੀਓ ਡਰਾਮੇ ਲਿਖੇ। ਡਰਾਮਿਆਂ ਦੇ ਕਿਰਦਾਰ ਤੁਸੀਂ ਲਿਖ ਸਕਦੇ ਹੋ ਕਿ ਉਹਨਾਂ ਨੇ ਆਪਣੇ ਆਸ-ਪਾਸ ਤੋਂ ਹੀ ਕਿਰਦਾਰ ਲਏ ਨੇ ਸਾਰੇ। ਇਹ ਵਾਲੇ ਅਗਰ ਤੁਸੀਂ ਇੱਕ ਵਾਰੀ ਅਗਵਾਈ ਵਿੱਚੋਂ ਗੋਲ ਮਿੱਟੀ ਤੇ ਬਾਵਿਆ ਪੜ੍ਹ ਲਓ ਔਰ ਇਹਨਾਂ ਡਰਾਮਿਆਂ ਦੇ ਖੁਲਾਸੇ ਪੜ੍ਹ ਲਓ ਤੇ ਤੁਸੀਂ ਕੰਪੈਰੀਜ਼ਨ ਕਰਕੇ ਮਿਕਸ ਕਰਕੇ ਬੜਾ ਅੱਛਾ ਕੁਐਸਚਨ ਲਿਖ ਸਕਦੇ ਹੋ, ਕਿਉਂਕਿ ਸਜਾਦ ਹੈਦਰ ਸਾਹਿਬ ਦੀ ਡਰਾਮਿਆਂ ਦੇ ਚਾਰੇ ਮਜਮੂਏ ਜਿਹੜੇ ਨੇ ਉਹਨਾਂ ਦੀ ਇੱਕ ਖਾਸ ਕੁਆਲਿਟੀ ਹੈ ਕਿ ਉਹਨਾਂ ਨੇ ਐਸੇ ਕਿਰਦਾਰ ਤਖਲੀਕ ਕੀਤੇ ਨੇ ਜਿਹਦੇ ਜ਼ਰੀਏ ਯਾਨੀ ਹਰ ਕਿਰਦਾਰ ਨੇ ਆਪਣੀ ਜ਼ਾਤ ਦੀ ਇਸਲਾਹ ਦੀ ਗੱਲ ਕੀਤੀ ਹੈ। ਇੰਝ ਕਹਿ ਲਵੋ ਕਿ ਸਜਾਦ ਹੈਦਰ ਸਾਹਿਬ ਇਨਫਰਾਦੀ ਇਸਲਾਹ ਦੀ ਗੱਲ ਕਰਦੇ ਨੇ, ਇਜਤਮਾਈ ਇਸਲਾਹ ਦੀ ਗੱਲ ਨਹੀਂ ਕਰਦੇ। ਉਹਨਾਂ ਦਾ ਖਿਆਲ ਹੈ ਕਿ ਅਗਰ ਹਰ ਬੰਦਾ ਖੁਦ ਆਪਣੇ ਆਪ ਨੂੰ ਦਰੁਸਤ ਕਰ ਲੇ, ਠੀਕ ਕਰ ਲੇ ਤੇ ਲੋਕਾਂ ਨਾਲ, ਇਨਸਾਨਾਂ ਨਾਲ ਮਿਲ ਕੇ ਬਣਨ ਵਾਲਾ ਮੁਆਸ਼ਰਾ ਖੁਦ ਬ ਖੁਦ ਹੀ ਠੀਕ ਹੋ ਜਾਏਗਾ। ਤੇ ਅਗਰ ਹਰ ਬੰਦਾ ਹੈ ਕਿ ਜੀ ਮੁਆਸ਼ਰਾ ਪਹਿਲੇ ਠੀਕ ਹੋਏ ਔਰ ਫਿਰ ਫਰਦ ਠੀਕ ਹੋਣ ਤੇ ਇਹ ਇੰਪੋਸੀਬਲ ਹੈ। ਇਹ ਇਹਨਾਂ ਨੇ ਆਪਣੇ ਕਿਰਦਾਰਾਂ ਦੇ ਜ਼ਰੀਏ ਇੱਕ ਨਵਾਂ ਜਿਹੜਾ ਥਿੰਕਿੰਗ ਜਾਂ ਨਵੀਂ ਥਾਟ ਦਿੱਤੀ ਹੈ ਸਾਨੂੰ। ਖਾਸ ਲਫ਼ਜ਼ਾਂ ਦੀ ਅਲਾਮਤੀ ਵਰਤੋਂ। ਇਹ ਹੁਣ ਡਰਾਮਿਆਂ ਵਿੱਚੋਂ ਜਿਵੇਂ ਮਿਸਾਲ ਦੇ ਤੌਰ ਤੇ ਦਰਿਆ, ਹੜ੍ਹ ਤੇ ਦਰਦਨਾਕ ਮੌਤ, ਇਹ ਜਿੱਥੇ ਵੀ ਯੂਜ਼ ਹੋਏ ਨੇ ਉਹਦੇ 'ਚ ਉਹਨਾਂ ਨੇ ਖਾਸ ਮਤਲਬ ਕੱਢਿਆ। ਯਾਨੀ ਇੰਝ ਕਹਿ ਲਵੋ ਕਿ ਇਹ ਡਰਾਮੇ ਅਲਾਮਤੀ ਡਰਾਮੇ ਨੇ। ਜਿਵੇਂ ਪਤੰਗਾ ਡਰਾਮਾ ਹੈ ਨਾ, ਪਤੰਗਾ ਵੀ ਅਲਾਮਤੀ ਹੈ, ਸਿੰਬੋਲਿਕ ਹੈ। ਪਤੰਗਾ ਮੈਟਾਫਰ ਹੈ ਉਹਨਾਂ ਇਨਸਾਨਾਂ ਦਾ, ਉਹਨਾਂ ਜਿਆਲਿਆਂ ਦਾ ਜਿਹੜੇ ਆਪਣੇ ਵਤਨ ਤੋਂ ਹਰ ਵੇਲੇ ਕੁਰਬਾਨ ਹੋਣ ਵਾਸਤੇ ਤਿਆਰ ਰਹਿੰਦੇ ਨੇ। ਡਰਾਮਿਆਂ ਦੀ ਜ਼ਬਾਨ ਤੁਸੀਂ ਲਿਖ ਦਿਓ ਕਿ ਜਿਸ ਤਰ੍ਹਾਂ ਦੀ ਜ਼ਬਾਨ, ਜਿਸ ਤਰ੍ਹਾਂ ਦਾ ਮਾਹੌਲ ਹੈ, ਜਿਸ ਤਰ੍ਹਾਂ ਦਾ ਆਸ-ਪਾਸ ਹੈ, ਪੇਂਡੂ ਹੈ, ਸ਼ਹਿਰੀ ਹੈ, ਪੜ੍ਹਿਆ ਲਿਖਿਆ ਹੈ, ਅਨਪੜ੍ਹ ਹੈ, ਉਹਨਾਂ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਉਹਨਾਂ ਨੇ ਡਰਾਮੇ ਲਿਖੇ ਨੇ। ਸਮਾਜੀ, ਅਖਲਾਕੀ ਤੇ ਮੁਆਸ਼ਰਤੀ ਕਦਰਾਂ ਦੀ ਤਰਜਮਾਨੀ ਤੁਸੀਂ ਲਿਖ ਦਿਓ ਕਿ ਸਾਰੀ ਕਹਾਣੀਆਂ ਦੇ ਜ਼ਰੀਏ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਮੁਆਸ਼ਰਤੀ ਬੁਰਾਈ ਨੂੰ ਹਾਈਲਾਈਟ ਕਰਕੇ ਮੁਆਸ਼ਰਤੀ ਇਸਲਾਹ ਦੀ ਗੱਲਬਾਤ ਕੀਤੀ ਹੈ, ਯਾਨੀ ਲੋਕਾਂ ਤੱਕ ਮੈਸੇਜ ਕਨਵੇ ਕੀਤਾ ਹੈ ਕਿ ਇਹ ਮੁਆਸ਼ਰਤੀ ਬੁਰਾਈਆਂ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਡਰਾਮਿਆਂ ਦੀ ਬੁਨਤਰ ਬਣਾਵਟ ਉਹ ਤੁਸੀਂ ਲਿਖ ਸਕਦੇ ਹੋ ਕਿ ਉਹਦੇ ਵਿੱਚ ਉਹਨਾਂ ਨੇ ਰੇਡੀਓ ਦੀ ਟੈਕਨੀਕ ਨੂੰ ਮੱਦੇ ਨਜ਼ਰ ਰੱਖਿਆ ਹੈ। ਅੱਗੇ ਫਿਰ ਇਹ ਜਿਹੜੀ ਸਜਾਦ ਹੈਦਰ ਦੀ ਸਲਾਨਾ, ਇਹਦੇ ਤੁਸੀਂ ਮੁੱਕਦੀ ਗੱਲ ਦੀ ਹੈਡਿੰਗ ਕਰ ਦਿਓ। ਮੁੱਕਦੀ ਗੱਲ ਹੈ, ਥੱਲੇ 3 ਬੰਦਿਆਂ ਦੀ ਕੋਟੇਸ਼ਨ ਹੈ, ਤੁਸੀਂ ਬੇਸ਼ੱਕ ਇਹਨਾਂ ਦੇ ਨਾਂ ਨਾ ਲਿਖੋ ਲੇਕਿਨ ਇਹਦੇ ਵਿੱਚੋਂ ਤੁਸੀਂ ਓਵਰਆਲ
ਉਹਨਾਂ ਦੀ ਇੱਕ ਮੁੱਕਦੀ ਗੱਲ ਇਹ ਥੱਲੇ ਵੀ ਲਿਖੀ ਹੋਈ ਹੈ, ਇਹ ਲਿਖ ਸਕਦੇ ਹੋ। ਸੋ ਮੇਰਾ ਨਹੀਂ ਖਿਆਲ ਕਿ ਕੋਈ ਮੁਸ਼ਕਲ ਨੇ, ਅਗਰ ਤੁਸੀਂ 6 ਡਰਾਮੇ ਪੜ੍ਹ ਲਓਗੇ ਤੇ ਇਹ ਟੌਪਿਕ ਹੋਰ ਜ਼ਿਆਦਾ ਆਸਾਨ ਹੋ ਜਾਏਗਾ। ਹਾਂਜੀ, ਕੋਈ ਇਸ ਹਵਾਲੇ ਨਾਲ ਕੁਐਸਚਨ? ਸਰ ਮੈਂ ਲੇਟ ਆਇਆ ਸੀ ਤੇ ਪੁੱਛਣਾ ਸੀ ਡਰਾਮੇ ਜਿਹੜੇ ਕੀ ਸੀ, ਜਿਹੜੇ ਪਿੱਛੇ ਦਿੱਤੇ ਨੇ ਪਤੰਗੇ, ਦੂਜੇ ਦਿੱਤੇ ਗਏ ਨੇ ਇੱਕ ਬਮੂਦ ਲੋਹਦੀ, ਇਹ ਨਹੀਂ ਪੜ੍ਹਨੇ? ਇਹ ਸਿਰਫ ਪੜ੍ਹਨੇ ਨੇ ਜੀ, ਲਿਖਣੇ ਨਹੀਂ ਹੈ ਪੇਪਰ ਵਿੱਚ ਸਿਰਫ ਠੀਕ ਹੋ ਗਿਆ ਸਰ। ਸ਼ੁਰੂ ਵਿੱਚੋਂ ਨਾ ਇੱਕ ਤਾਰਫ ਵਾਲਾ ਪੁਆਇੰਟ ਹੈ, ਉਹਨੂੰ ਨੰਬਰ 1 ਤੇ ਲਿਖਣਾ ਹੈ, ਨੰਬਰ 2 ਤੇ ਤੁਸੀਂ ਕਾਲਾ ਪਤਨ ਦਾ ਜਾਇਜ਼ਾ ਲਿਖਣਾ ਹੈ, ਨੰਬਰ 3 ਤੇ ਤੁਸੀਂ ਸਜਾਦ ਅਦਦੀ ਡਰਾਮਾ ਨਿਗਾਰੀ ਲਿਖਣੀ ਹੈ। ਔਰ ਅੱਗੇ ਫਿਰ ਐਂਡ ਜੋ ਨਾ ਇਹ ਪੇਜ ਨੰਬਰ 191 ਤੋਂ ਇਹ ਜਿਹੜੇ 1.5-2 ਸਫੇ ਦਾ ਇਹੋ ਹੀ ਅਸਲ ਐਕਚੁਅਲ ਕੁਐਸਚਨ ਹੈ ਤੁਹਾਡਾ। ਔਰ ਮੈਂ ਨਾਲ ਇਹ ਦੱਸਿਆ ਸੀ ਕਿ ਇਹ ਸਜਾਦ ਅਦਰ ਦਾ ਬੋਲ ਮਿੱਟੀ ਦੇ ਅਬਾਬਿਆ ਤੀਸਰਾ ਮਜਮੂਆ ਹੈ, CSS ਚ ਸ਼ਾਮਿਲ ਹੈ, ਅਗਵਾਈ ਕਿਤਾਬ ਵਿੱਚ ਸ਼ਾਮਿਲ ਹੈ, ਉਹਦੇ ਵਿੱਚੋਂ ਇੱਕ ਵਾਰੀ ਪੜ੍ਹ ਲਓ ਤੁਹਾਨੂੰ ਫਾਰਮੈਟ ਸਮਝ ਆ ਜਾਏਗਾ। ਔਰ ਉਹਦੇ ਜੋ ਤਾਰਫ ਔਰ ਮੁਕਦੀ ਗੱਲ ਔਰ ਇਹਦੀ ਓਵਰਆਲ ਡਰਾਮਾ ਨਿਗਾਰੀ ਦੇ ਹਵਾਲੇ ਨਾਲ ਨਾ ਸਾਰਾ ਪੈਟਰਨ ਪਤਾ ਲੱਗ ਜਾਏਗਾ, ਤੁਹਾਨੂੰ ਇਹ ਕੁਐਸਚਨ ਅਟੈਂਪਟ ਕਰਨਾ ਆਸਾਨ ਹੋ ਜਾਏਗਾ। ਤੇ ਜਿਹੜੇ 6 ਡਰਾਮੇ ਨੇ, 7 ਡਰਾਮੇ ਉਹ ਸਿਰਫ ਖੁਲਾਸਾ ਉਹਨਾਂ ਦਾ ਤੁਸੀਂ ਜ਼ੇਨ ਚ ਰੱਖਣਾ ਹੈ, ਉਹਨਾਂ ਦਾ ਥੀਮ ਇੱਕ ਵਾਰੀ ਪੜ੍ਹ ਕੇ ਨਾ ਜ਼ੇਨ ਨਸ਼ੀਨ ਕਰ। ਠੀਕ ਹੋ ਗਿਆ ਸਰ। ਸਰ ਡਰਾਮੇ ਦੀਆਂ ਪਲਾਟ ਦਾ ਮਤਲਬ ਕੀ ਹੈ? ਪਲਾਟ ਸਕੈਚ ਨੂੰ ਕਹਿੰਦੇ ਨੇ, ਖਾਕੇ ਨੂੰ ਕਹਿੰਦੇ ਨੇ, ਕਹਾਣੀ ਨੂੰ ਕਹਿੰਦੇ ਨੇ, ਉਹ ਵਾਕਿਆਤ ਜਿਨ੍ਹਾਂ ਨਾਲ ਮਿਲ ਕੇ ਡਰਾਮਾ ਬਣਦਾ। ਅੱਛਾ, ਇਹਨਾਂ ਸਾਰੇ ਪੁਆਇੰਟਸ ਦੇ ਵਿੱਚ ਨਾ ਫਿਰ ਤੁਸੀਂ ਇੱਕ ਕੋਈ ਡਰਾਮਾ ਅਗਰ ਡਿਸਕਸ ਕਰਦੇ ਹੋ 2-2 ਲਾਈਨਾਂ ਵਿੱਚ ਤੁਸੀਂ ਖੁਲਾਸਾ ਪੜਨ ਤੋਂ ਬਾਅਦ, ਤੇ ਉਹ ਤੁਹਾਡਾ ਪਲੱਸ ਪੁਆਇੰਟ ਹੋਏਗਾ। ਔਰ ਅਖੀਰ ਵਿੱਚ ਫਿਰ ਮੁੱਕਦੀ ਗੱਲ ਇਹ ਵਾਲੀਆਂ ਆਰਾ, ਇਹ 3 ਬੰਦਿਆਂ 4 ਬੰਦਿਆਂ ਜਿਹੜਿਆਂ ਵੇਖੋ ਨਾ ਵੱਡੇ ਨਾਂ ਨੇ, ਇਸ਼ਫਾਕ ਅਹਿਮਦ, ਸ਼ਰੀਫ ਕੁੰਜਾਈ, ਮੁਹੰਮਦ ਆਸਿਫ ਖਾਨ, ਮੁਨੀਰ ਨਿਆਜ਼ੀ, ਇਹਨਾਂ 4 ਬੰਦਿਆਂ ਨੇ ਇਹਦੇ ਬਾਰੇ ਜੋ ਜੋ ਕੁਝ ਲਿਖਿਆ ਹੈ ਉਹਨੂੰ ਤੁਸੀਂ ਮੁੱਕਦੀ ਗੱਲ ਦੇ ਤੌਰ ਤੇ ਲਿਖ ਸਕਦੇ ਹੋ। ਠੀਕ ਹੈ ਜੀ, ਇਹਨੂੰ ਇੱਕ ਵਾਰੀ ਕਲੋਜ਼ ਕਰਨਾ, ਮੈਂ ਇਸ ਰਿਕਾਰਡਿੰਗ ਨੂੰ ਨਾ ਤਾਂ ਕਿ ਅਲੱਗ ਕਲਿੱਪ ਬਣ ਜਾਏ ਔਰ ਦੂਸਰੇ ਨੰਬਰ ਤੇ ਫਿਰ ਦੂਸਰਾ ਡਿਸਕਸ ਕਰਨੇ ਅਸੀਂ।